ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਨੇ ਹਲਫਨਾਮਾ ਦਾਇਰ ਕੀਤਾ ਹੈ ਕਿ ਕਿਸਾਨੀ ਨੂੰ ਸਿੱਧੀ ਅਦਾਇਗੀ ਬਾਬਤ 4 ਹਫ਼ਤਿਆਂ ਵਿੱਚ ਕਾਨੂੰਨੀ ਪੇਸ਼ਬੰਦੀ ਕੀਤੀ ਜਾਏਗੀ। ਇਸ ਤੋਂ ਬਾਅਦ ਕਿਸਾਨ ਇਹ ਚੋਣ ਕਰ ਸਕੇਗਾ ਕਿ ਉਸਨੇ ਆਪਣੀ ਫਸਲ ਦਾ ਭੁਗਤਾਨ ਸਿੱਧਾ ਲੈਣਾ ਹੈ ਜਾਂ ਆੜ੍ਹਤੀਆਂ ਰਾਹੀਂ। ਫੂਡ ਕਾਰਪੋਰੇਸ਼ਨ ਆਫ ਇੰਡੀਆ मतलब कि FCI कई सालों तो सीधी अदायगी की वकालत करती आ रही है। इस तो पहला किसान कमिशन ने सीधी अदायगी की सिफारिश की सी। इस तर्ज उत्ते पंजाब मंडीकरण बोर्ड ने मता पास किया सी। पंजाब सरकार ने आड़तियां दीआं जथेबंदियां दे दबाव हेठ सीधी अदायगी नूं कानूनी रूप देण तो इनकार कर दिता सी। सरकार दे मौजूदा हलफनामे तो बाद की इस मसले का कोई अंतिम निबेड़ा हो गएगा? किसानां नूं फसल दे सिद्धे भुगतान का मसला कई सालों तो चर्चा का विषय बनया होया है। किसानी की मौजूदा मंदहाली का एक कारण आड़तियां दे शाहूकारे नूं मन्निया जांदा है। आड़तियां तो उच्चियां ब्याज दरां उत्ते कर्जा लैण वाले किसान ब्याज दर ब्याज के कुचक्कर विच फसे रहिंदे ने। वख-वख अध्ययन इस गल की पुष्टि करते हैं कि आड़तियां तो किसानां नूं 36 तो 60% ब्याज उत्ते कर्ज मिलता है। आड़त के मौजूदा प्रबंध तहत किसानां की फसल का भुगतान आड़तियां राहीं ही हुंदा है। मतलब कि खरीददार सरकारी एजेंसियां होण जां वपारी किसान तक पैसा आड़तियां राहीं ही पहुंचाउंदा है। खरीददार आड़तियां नूं भुगतान करनगे अते आड़तीए अगे किसान नूं भुगतान करनगे। आड़त ते शाहूकारे दा जमा जोड़ किसानां लई मारू साबित होया है। आड़तियां तो कर्जा लैके किसान अपणियां गरजां पूरीआं करदे ने, पर दूजे पासे आड़तीए मनमर्जी दा ब्याज लगाउंदे ने। दूजा पक्ष इह वी है कि आड़तियां दा अपना कई तरह दा कारोबार है। ਉਹ ਕਿਸਾਨਾਂ ਨੂੰ ਕੱਪੜੇ ਲੱਤੇ ਤੋਂ ਲੈ ਕੇ ਰਸੋਈ ਦੇ ਸੌਦਿਆਂ, ਤੇਲ, ਖਾਦ ਅਤੇ ਬੀਜਾਂ ਤੱਕ ਲਈ ਪਰਚੀ ਦੇ ਦਿੰਦੇ ਨੇ। ਇਸ ਤਰ੍ਹਾਂ ਕਿਸਾਨ ਆਪਣੇ ਆੜਤੀਏ ਦੀ ਦੁਕਾਨ ਜਾਂ ਉਸ ਦੀ ਪਸੰਦ ਦੀ ਦੁਕਾਨ ਤੋਂ ਖਰੀਦਦਾਰੀ ਕਰਨ ਲਈ ਮਜਬੂਰ ਹੁੰਦਾ ਹੈ। ਮਤਲਬ ਕਿ ਆੜਤੀਏ ਕਿਸਾਨ ਦੇ ਪੈਸੇ ਜਾਂ ਉਧਾਰ ਦੇ ਪੈਸੇ ਉਸ ਨੂੰ ਦੇਣ ਦੀ ਥਾਂ ਤੇ ਉਸ ਨੂੰ ਪਰਚੀ ਦਿੰਦੇ ਨੇ, ਜਿਸ ਨਾਲ ਤੈਅ ਦੁਕਾਨ ਤੋਂ ਖਰੀਦਦਾਰੀ ਕੀਤੀ ਜਾ ਸਕਦੀ ਹੈ। ਆੜਤੀਏ ਦੇ ਇਸ ਦਾਅਵੇ ਨੂੰ ਤੋੜਨ ਅਤੇ ਕਿਸਾਨ ਨੂੰ ਉਸ ਦੀ ਪੈਦਾਵਾਰ ਦਾ ਮਾਲਕ ਬਣਾਉਣ ਲਈ ਸਿੱਧੇ ਭੁਗਤਾਨ ਦੀ ਮੰਗ ਕੀਤੀ ਜਾਂਦੀ ਰਹੀ ਹੈ। इस मामले विच भारतीय किसान यूनियन एकता डकौंदा ने हाईकोर्ट विच पहुंच की सी। हाईकोर्ट विच पंजाब सरकार ने हलफनामा दिता है कि अगले 4 हफ्तियां विच लोड़ींदी कानूनी सोध की जाएगी, जिस तहत किसान ये फैसला कर सकणगे कि उन्होंने फसल आड़तियां राहीं वेचनी है जां सीधी वेचनी है। कानून बनाउण तो बाद ही पता लगेगा कि इस हलफनामे दे की मायने बनदे ने। आड़ती ਅਤੇ किसान जथेबंदियां दीआं सीधी अदायगी के खिलाफ ਅਤੇ पक्ष विच ਆਪਣੀਆਂ दलीलां रहीआं ने। ਇਹ ਮੁੱਦਾ ਕਿਸੇ ਦਲੀਲ ਨਾਲ ਹੱਲ ਨਹੀਂ ਹੋਇਆ, ਨਾ ਹੀ ਕਿਸੇ ਨਿਰਪੱਖ ਤੇ ਨੈਤਿਕ ਦਲੀਲ ਨੂੰ ਤਵੱਜੋ ਦਿੱਤੀ ਗਈ। ਇਸੇ ਲਈ ਤਾਂ ਇਹ ਮੁੱਦਾ ਅਦਾਲਤ ਤੱਕ ਪਹੁੰਚਿਆ। ਇਸ ਮੁੱਦੇ ਦੀਆਂ ਪਰਤਾਂ ਨੂੰ ਸਮਝਣ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਜਗਮੋਹਨ ਸਿੰਘ, ਜੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਨੇ। ਇਹਨਾਂ ਦੀ ਜਥੇਬੰਦੀ ਨੇ ਇਸ ਮਸਲੇ ਵਿੱਚ ਅਦਾਲਤ ਤੱਕ ਪਹੁੰਚ ਕੀਤੀ ਸੀ। ਰਵਿੰਦਰ ਸਿੰਘ ਚੀਮਾ, ਜੋ ਆੜਤੀਆਂ ਦੀ ਜਥੇਬੰਦੀ ਦੇ ਆਗੂ ਨੇ ਤੇ ਨਾਲ ਹੀ ਮੰਡੀਕਰਨ ਬੋਰਡ ਦੇ ਵਾਈਸ ਚੇਅਰਮੈਨ ਨੇ। ਰਾਜਵਿੰਦਰ ਸਿੰਘ ਬੈਂਸ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਜਗਮੋਹਨ ਜੀ, ਜਦੋਂ ਸਰਕਾਰ ਨੇ ਇਹ ਹਲਫਨਾਮਾ ਦਾਇਰ ਕਰ ਦਿੱਤਾ ਹਾਈ ਕੋਰਟ ਦੇ ਵਿੱਚ, ਤੁਹਾਨੂੰ ਕੀ ਲੱਗਦਾ ਹੈ ਜਿਹੜੀ ਤੁਹਾਡੀ ਮੰਗ ਹੈ ਸਿੱਧੀ ਅਦਾਇਗੀ ਦੀ, ਉਹ ਪੂਰੀ ਤਰ੍ਹਾਂ ਮੰਨ ਲਈ ਗਈ ਹੈ? ਨਹੀਂ ਜੀ, ਸਾਨੂੰ ਇਸ 'ਤੇ ਕੋਈ ਤਸੱਲੀ ਨਹੀਂ। ਪਹਿਲੀ ਤਾਂ ਗੱਲ ਹੈ, ਹਲਫਨਾਮਾ ਅਸੀਂ ਵੇਰਵੇ ਸਹਿਤ ਦੇਖਾਂਗੇ। ਉਸ ਤੋਂ ਬਾਅਦ ਹਲਫਨਾਮੇ ਉੱਤੇ ਹਾਈ ਕੋਰਟ ਕੀ ਡਿਸੀਜਨ ਲੈਂਦੀ ਆ ਜੀ, ਉਹਨੂੰ ਦੇਖ ਕੇ ਫਿਰ ਅਸੀਂ ਉਹਦੇ ਪ੍ਰਤੀਕਰਮ ਜ਼ਾਹਰ ਕਰਾਂਗੇ ਜਾਂ ਅਗਲੀ ਰਣਨੀਤੀ ਤੈਅ ਕਰਾਂਗੇ। ਜਿੰਨੀ ਗੱਲ ਅਖਬਾਰਾਂ ਦੇ ਵਿੱਚ ਆਈ ਹੈ ਜਾਂ ਜਿੰਨੀ ਤੁਹਾਡੇ ਵਕੀਲ ਸਾਹਿਬ ਨੇ ਤੁਹਾਨੂੰ ਦੱਸੀ ਹੈ, ਉਹਦੇ ਮੁਤਾਬਕ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਸਰਕਾਰ ਨੇ ਕਿਹਾ ਕਿ 4 ਹਫ਼ਤਿਆਂ ਦੇ ਵਿੱਚ ਇਹ ਕਾਨੂੰਨ ਬਣਾਇਆ ਜਾਏਗਾ, ਜਿਸ ਤੋਂ ਬਾਅਦ ਇਹ ਹੱਕ ਹੋਏਗਾ ਕਿਸਾਨ ਨੂੰ ਕਿ ਉਹ ਚੋਣ ਕਰੇ ਕਿ ਉਹ ਸਿੱਧੀ ਅਦਾਇਗੀ ਲੈਣਾ ਚਾਹੁੰਦਾ ਹੈ ਜਾਂ ਆੜਤੀਆਂ ਰਾਹੀਂ ਲੈਣਾ ਚਾਹੁੰਦਾ ਹੈ। ਦੇਖੋ, ਸਾਨੂੰ ਤਾਂ ਲੱਗਦਾ ਵੀ ਕਰਜ਼ੇ ਤੋਂ ਸਤਾਇਆ ਕਿਸਾਨ ਹੈ, ਖਾਸ ਤੌਰ ਤੇ ਗਰੀਬ ਛੋਟਾ ਤੇ ਦਰਮਿਆਨਾ ਜੀ, ਉਹਦਾ ਮੁੱਖ ਸਰੋਤ ਲੁੱਟ ਕਰਨ ਵਾਲੇ ਆੜਤੀਏ ਨੇ ਜੀ। ਅਸੀਂ ਮੂਲੋਂ ਹੀ ਆੜਤੀ ਸਿਸਟਮ ਨੂੰ ਖਤਮ ਕਰਨ ਦੇ ਹੱਕ 'ਚ ਹਾਂ ਜੀ। ਤੇ ਇਹਦਾ ਮੰਡੀਕਰਨ ਦਾ ਕੰਮ ਜਿਹੜਾ ਹੈ ਉਹ ਸਾਰਾ ਹੀ ਮੰਡੀਕਰਨ ਬੋਰਡ ਸਾਰਿਆਂ ਸੂਬਿਆਂ ਨਾਲੋਂ ਵਧੀਆ ਪੰਜਾਬ ਦਾ ਮੰਡੀਕਰਨ ਬੋਰਡ ਆ। ਇਸੇ ਟੇਬਲ ਤੇ ਪਹਿਲਾਂ ਬਹਿਸ ਹੁੰਦਿਆਂ ਵੀ ਕੋਆਪਰੇਟਿਵ ਮਾਰਕੀਟਿੰਗ ਸੋਸਾਇਟੀਆਂ ਰਾਹੀਂ ਕਿਸਾਨ ਵੇਚ ਸਕਦੇ ਨੇ। ਅਸੀਂ ਕਹਿੰਦੇ ਮੰਡੀਕਰਨ ਬੋਰਡ ਖੁਦ ਮਾਰਕੀਟਿੰਗ ਦਾ ਕੰਮ ਕਰੇ। ਆੜਤੀਆਂ ਜਿਹੜਾ ਆਊਟਸੋਰਸਿੰਗ ਕਿਉਂ ਕਰਾਉਂਦੇ ਨੇ? ਜਿਹੜੇ ਕਿ ਮਨੀ ਲੈਂਡਿੰਗ ਦਾ ਕੰਮ ਕਰਦੇ ਨੇ, ਆਊਟਸੋਰਸਿੰਗ ਉਹ ਤੋਂ ਕਰਾਉਂਦੇ ਨੇ ਜਿਹੜੇ ਮਨੀ ਲੈਂਡਿੰਗ ਦਾ ਕੰਮ ਕਰਦੇ ਨੇ ਜੀ। ਇਸ ਲਈ ਸਾਡਾ ਤਾਂ ਆੜਤੀ ਸਿਸਟਮ ਜਿੰਨਾ ਚਿਰ ਬਿਲਕੁਲ ਮੂਲੋਂ ਖਤਮ ਨਹੀਂ ਹੁੰਦਾ, ਉਹਨਾਂ ਚਿਰ ਕਿਸਾਨ ਦੀ ਲੁੱਟ ਬੰਦ ਨਹੀਂ ਹੁੰਦੀ। ਉਹਨਾਂ ਚਿਰ ਸਾਡਾ ਜਨਤਕ ਸੰਘਰਸ਼ ਤੇ ਇਸ ਤਰ੍ਹਾਂ ਦੇ ਸਾਡੇ ਜਿਹੜੇ ਮਤਲਬ ਤਰੀਕੇ ਨੇ ਅੱਡ-ਅੱਡ ਸਮੇਂ ਅੱਡ-ਅੱਡ ਕੋਰਟਾਂ ਤੋਂ ਰਿਲੀਫ ਲੈਣ ਦੇ, ਉਹ ਵੀ ਜਾਰੀ ਰਹਿਣਗੇ। ਇਸ ਮਾਮਲੇ ਦੇ ਵਿੱਚ ਤੇ ਜਿਹੜਾ ਇਹ ਹਲਫਨਾਮਾ ਉਹ ਤੁਹਾਡੇ ਲਈ ਕੋਈ ਰਾਹਤ ਨਹੀਂ ਬਣਦਾ, ਜਿਵੇਂ ਤੁਸੀਂ ਕਹਿ ਰਹੇ ਹੋ? ਨਹੀਂ, ਹੋ ਸਕਦਾ ਕੁਛ ਰਾਹਤ ਬਣੇ, ਇਹ ਤਾਂ ਹੁਣ ਹਲਫਨਾਮਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਮੁਕੰਮਲ ਤੌਰ ਤੇ ਤਾਂ ਸਾਨੂੰ ਇਹਦੇ ਤੇ ਕੋਈ ਸਾਡੀ ਪੂਰੀ ਸੂਰੀ ਮੰਗ ਮੰਨੀ ਗਈ ਹੈ, ਇਹ ਗੱਲ ਨਹੀਂ।
ਰਵਿੰਦਰ ਜੀ, ਤੁਸੀਂ ਇਸ ਜਿਹੜਾ ਹਲਫਨਾਮੇ ਦਾ ਸਵਾਗਤ ਕੀਤਾ ਹੈ ਅੱਜ ਅਖਬਾਰਾਂ ਦੇ ਵਿੱਚ ਜੋ ਖਬਰਾਂ ਆਈਆਂ ਨੇ, ਤੇ ਤੁਸੀਂ ਮੰਡੀਕਰਨ ਬੋਰਡ ਦੇ ਵਾਈਸ ਚੇਅਰਮੈਨ ਹੋ, ਦੂਜੇ ਪਾਸੇ ਆੜ੍ਹਤੀਆਂ ਦੀ ਜਥੇਬੰਦੀ ਦੇ ਆਗੂ ਵੀ ਨੇ। ਮੰਡੀਕਰਨ ਬੋਰਡ ਦੀ ਤਾਂ ਬਹੁਤ ਉਹਨਾਂ ਨੇ ਸਿਫਤ ਕਰ ਦਿੱਤੀ ਹੈ ਕਿ ਵੀ ਸ਼ਾਇਦ ਸਾਰੇ ਸੂਬਿਆਂ 'ਚੋਂ ਸਭ ਤੋਂ ਵਧੀਆ, ਦੂਜੇ ਪਾਸੇ ਆੜ੍ਹਤੀਆਂ ਬਾਰੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ। ਤੁਸੀਂ ਕੀ ਕਹੋਗੇ ਇਸ ਸਾਰੇ ਮੁੱਦੇ ਤੇ? ਦੇਖੋ ਜੀ, ਜਿਹੜਾ ਜਗਮੋਹਨ ਜੀ ਨੇ ਗੱਲ ਕੀਤੀ ਹੈ ਕਿ ਇਹ ਆੜ੍ਹਤੀ ਸਿਸਟਮ ਨੂੰ ਜਿਹੜਾ ਉਹ ਡਿਸਟਰੋਏ ਕਰਨਾ ਚਾਹੁੰਦੇ ਨੇ, ਇਹ ਇਹਨਾਂ ਦੀ ਆਪਣੀ ਇਹਨਾਂ ਦੀ ਜਥੇਬੰਦੀ, ਮੈਨੂੰ ਲੱਗਦਾ ਸ਼ਬਦ ਦੀ ਚੋਣ ਥੋੜੀ ਦਰੁਸਤ ਕਰ ਲੈਣੀ ਚਾਹੀਦੀ। ਉਹਨਾਂ ਨੇ ਕਿਹਾ ਖਤਮ ਕਰਨਾ ਚਾਹੁੰਦੇ ਨੇ। ਹਾਂਜੀ, ਸੋ ਖਤਮ ਕਰਨਾ ਚਾਹੁੰਦੇ ਨੇ ਜਿਹੜਾ, ਤਾਂ ਮੈਂ ਸਮਝਦਾ ਵੀ ਇਹਨਾਂ ਦੀ ਜਥੇਬੰਦੀ ਦੀ ਇਹ ਸੋਚ ਹੋ ਸਕਦੀ ਹੈ, ਕਿਉਂਕਿ ਬਹੁਤ ਦੇਰ ਤੋਂ ਜਿਹੜੇ ਕੈਬਨਿਟ ਸੋਚਾਂ ਦੇ ਮਾਲਕ ਨੇ, ਉਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਉਹ ਟਾਰਗੇਟ ਬਣਾ ਕੇ ਰੱਖਿਆ, ਜਿਹੜੇ ਰੋਟੀ ਪਾਣੀ ਖਾਂਦੇ ਬੰਦੇ ਨੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਟਾਰਗੇਟ ਬਣਾਇਆ ਜਾਵੇ। ਮਤਲਬ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਇਹ ਕਹਿੰਦੇ ਹੋ ਕਿ ਉਹ ਕ੍ਰਿਮੀਨਲ ਸੋਚਦੇ? ਯੈਸ ਜੀ। ਇਹ ਨੈਕਸਲਾਈਟ ਮੂਵਮੈਂਟ ਜਦੋਂ ਚੱਲੀ ਉਸ ਵੇਲੇ ਵੀ ਸਾਨੂੰ ਟਾਰਗੇਟ ਬਣਾਇਆ ਗਿਆ। ਜਦੋਂ ਅੱਤਵਾਦ ਆਇਆ ਉਦੋਂ ਵੀ ਆੜ੍ਹਤੀ ਟਾਰਗੇਟ ਬਣੇ ਜੀ। ਉਦੋਂ ਪਹਿਲਾਂ ਵੀ ਇੱਕ ਪ੍ਰਜਾ ਮੰਡਲ ਮੂਵਮੈਂਟਾਂ ਚੱਲੀਆਂ, ਉਦੋਂ ਵੀ ਅਸੀਂ ਟਾਰਗੇਟ ਬਣੇ। ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਅੰਦਰ ਜਿਹੜਾ ਕਿਸਾਨ ਆੜ੍ਹਤੀ ਰਿਸ਼ਤਾ, ਵੈਸੇ ਰਵਿੰਦਰ ਜੀ, ਜਿਹੜੀ ਪ੍ਰਜਾ ਮੰਡਲ ਮੂਵਮੈਂਟ ਹੈ ਨਾ, ਹਿੰਦੁਸਤਾਨ ਦੀਆਂ ਜਿਹੜੀਆਂ ਸਰਕਾਰੀ ਕਿਤਾਬਾਂ ਨੇ ਨਾ, ਉਹਦੇ ਵਿੱਚ ਵੀ ਉਹਨੂੰ ਦੇਸ਼ ਭਗਤ ਲਹਿਰ ਕਿਹਾ ਜਾਂਦਾ। ਚਲੋ ਕਿਹਾ ਗਿਆ ਹੈ, ਮੈਂ ਇਹ ਨਹੀਂ ਕਹਿੰਦਾ ਕਿ ਕਿਉਂਕਿ ਉਸ ਵੇਲੇ ਅੰਗਰੇਜ਼ ਸੀ ਤਾਂ ਲੜਾਈ ਲੜਨ ਵਾਲੇ ਜਿਹੜੇ ਸੀ ਉਹ ਪ੍ਰਜਾ ਮੰਡਲ ਕਰਕੇ ਦੇਸ਼ ਭਗਤ ਕਹਿਲਾਏ ਜੀ। ਪਰ ਅਲਟੀਮੇਟਲੀ ਉਸੇ ਲੜਾਈ ਦਾ ਇੱਕ ਹਿੱਸਾ ਸੀਗਾ ਆੜ੍ਹਤੀਆਂ ਦੇ ਖਿਲਾਫ ਲੜਾਈ। ਟਾਰਗੇਟ ਜਿਹੜਾ ਹੈ ਉਹ ਉਸ ਵੇਲੇ ਵੀ ਆੜ੍ਹਤੀ ਨੂੰ ਕੀਤਾ ਗਿਆ ਜੀ। ਪਰ ਅੱਜ ਤੱਕ ਆੜ੍ਹਤੀ ਵਰਗ ਜਿਹੜਾ ਹੈਗਾ ਉਹ ਖਤਮ ਹੋਣ ਦੀ ਥਾਂ ਤੇ ਆੜ੍ਹਤੀ ਔਰ ਕਿਸਾਨ ਦਾ ਰਿਸ਼ਤਾ ਹੋਰ ਗੂੜਾ ਹੋਇਆ ਜੀ। ਜਿੰਨੀ ਮੂਵਮੈਂਟ ਪੰਜਾਬ ਅੰਦਰ ਚੱਲੀ ਹੈ ਆੜ੍ਹਤੀਆਂ ਦੇ ਖਿਲਾਫ, ਇੰਨੀ ਹਿੰਦੁਸਤਾਨ 'ਚ ਕਿਤੇ ਨਹੀਂ ਚੱਲੀ ਜੀ। ਮੈਂ ਕਹਿੰਦਾ ਜਿਹੜਾ ਪਿੱਛੇ ਕਿਸਾਨ ਕਮਿਸ਼ਨ, ਫਾਰਮਰ ਕਮਿਸ਼ਨ ਵੱਲੋਂ ਜੋ ਸਰਵੇ ਵੀ ਹੋਇਆ, ਉਹਦੇ ਵਿੱਚ ਵੀ ਇਹਨਾਂ ਜਿਹੜੀਆਂ ਗੱਲਾਂ ਆਈਆਂ, ਗੱਲਾਂ ਤਾਂ ਬਹੁਤ ਸਾਰੀਆਂ ਆਈਆਂ ਕਿ ਕਿਸਾਨਾਂ ਨੇ ਸੁਸਾਈਡ ਕਿਉਂ ਕੀਤੀ ਜੀ। ਉਹਦੇ ਵਿੱਚ ਇਹ ਵੀ ਆਇਆ ਕਿ ਕਿਸਾਨ ਜਿਹੜੇ ਨੇ, ਕਿਸਾਨਾਂ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰਵਿਰਤੀ ਵੱਧ ਰਹੀ ਹੈ, ਇਹ ਹੈ। ਦੂਜੇ ਕਾਰਨ ਇਹ ਵੀ ਆਏ ਕਿ ਜਿਹੜੀ ਇਹ ਸੋਸ਼ਲ ਘਰਾਂ ਦੇ ਰਹਿਣ ਸਹਿਣ ਨੇ, ਲੜਾਈ ਝਗੜੇ ਨੇ, ਉਹ ਵੀ ਖੁਦਕਸ਼ੀਆਂ ਲਈ ਜ਼ਿੰਮੇਵਾਰ ਨੇ। ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਈਆਂ। ਚੀਮਾ ਜੀ, ਇਹ ਜਦੋਂ ਆਪਾਂ ਬਹੁਤ ਸਾਰੇ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਦੀ ਚੋਣ ਕਰਦੇ ਹਾਂ, ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਖਾਸੀ ਸਾਰੀ ਸਿਆਸਤ ਹੁੰਦੀ ਹੈ। ਉਸੇ ਜਿਹੜੀਆਂ ਰਿਪੋਰਟਸ ਨੇ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਆੜ੍ਹਤੀਏ 36 ਤੋਂ ਲੈ ਕੇ 60% ਤੱਕ ਦਾ ਜਿਹੜਾ ਵਿਆਜ ਲੈਂਦੇ ਨੇ ਕਿਸਾਨਾਂ ਤੋਂ। ਕੀ ਇਹ ਠੀਕ ਨਹੀਂ ਹੈ? ਇਹ ਤਾਂ ਦੇਖੋ, ਮੈਂ ਕਹਿੰਦਾ ਜੇ ਆਪਾਂ ਦਿਨ ਨੂੰ ਕਹੀਏ ਰਾਤ ਹੈ ਤਾਂ ਕਹੀ ਜਾਵੇ, ਕੋਈ ਮੰਨੇਗਾ ਤਾਂ ਨਹੀਂ। ਮਤਲਬ ਜਿਹੜੀਆਂ ਪੰਜਾਬ ਅੰਦਰ ਜਦੋਂ ਬੈਂਕ ਜਿਹੜੇ ਬੈਂਕ ਨੇ, ਜਦੋਂ ਉਹ ਸਾਰਿਆਂ ਨੂੰ ਲੋਨ ਕਿਸਾਨਾਂ ਨੂੰ ਦਿੰਦੇ ਨੇ ਜੀ, ਤਾਂ ਕਿਉਂ 36% ਦੇ ਵਿਆਜ ਥੱਲੇ ਜਿਹੜਾ ਹੈਗਾ? ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਯੂਨੀਵਰਸਿਟੀਜ਼ ਕਹਿ ਰਹੀਆਂ ਨੇ, ਜੋ ਵੱਖਰੇ ਰਿਸਰਚ ਨਾਲ ਜੁੜੇ ਹੋਏ ਅਦਾਰੇ ਕਹਿ ਰਹੇ ਨੇ, ਉਹ ਦਿਨ ਨੂੰ ਰਾਤ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ ਬਿਲਕੁਲ। ਜਿਹੜੀਆਂ ਗੱਲਾਂ ਕੋਈ ਪਹਿਲਾਂ ਉਹ ਇੱਕ ਸਟੋਰੀ ਆਉਂਦੀ ਹੁੰਦੀ ਸੀ ਨਾ, ਹੈਂਡਫੁੱਲ ਆਫ ਵੀਟ ਵਾਲੀਆਂ ਜੀ, ਉਹ ਇੱਕ ਸਦੀ ਪਹਿਲੀਆਂ ਗੱਲਾਂ ਦੀ ਪਿਕਚਰ ਬਣਾ ਕੇ, ਰੂਪਰੇਖਾ ਬਣਾ ਕੇ ਉਹਨੂੰ ਅੱਜ ਪੇਸ਼ ਕੀਤਾ ਜਾ ਰਿਹਾ। ਠੀਕ, ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਜੀ। 100 ਸਾਲਾਂ 'ਚ ਇੰਨਾ ਸਮਾਂ ਬਦਲ ਗਿਆ। ਇਸ ਹਿਸਾਬ ਨਾਲ ਪੰਜਾਬ ਨੂੰ ਨਹੀਂ, ਪੂਰੇ ਹਿੰਦੁਸਤਾਨ ਨੂੰ ਜਾਂ ਪੂਰੀ ਸ਼ਾਇਦ ਦੁਨੀਆ ਨੂੰ ਵੀ ਇਤਿਹਾਸ ਆਪਣਾ ਨਵੇਂ ਸਿਰੇ ਤੋਂ ਲਿਖਣਾ ਪਏਗਾ। ਬੈਂਸ ਸਾਹਿਬ, ਤੁਸੀਂ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਗਏ ਹੋ, ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, 3 ਐਕਸਪਰਟ ਦੇਖੋ 98 ਵਿੱਚ ਐਕਸਪਰਟ ਕਮੇਟੀ ਰਿਪੋਰਟ ਆਈ, ਬੜੇ ਵੱਡੇ ਅਫਸਰ, ਉਹਨਾਂ ਨੇ ਕਿਹਾ ਕਿ ਸ਼ੋਸ਼ਣ ਵਾਲਾ ਸਿਸਟਮ ਹੈ, ਐਕਸਪਲੋਇਟਿਵ ਸਿਸਟਮ ਹੈ ਜੀ, ਇਹਨੂੰ ਬਦਲਣਾ ਚਾਹੀਦਾ। ਔਰ ਇੱਕ ਤਰੀਕਾ ਇਹ ਹੈ ਕਿ ਸਿੱਧੀ ਪੇਮੈਂਟ ਕਰੋ ਜੀ। ਆਫਟਰ ਸਿੱਧੀ ਪੇਮੈਂਟ ਟ੍ਰਾਂਸਪੇਰੈਂਟ ਮੈਥਡ ਨਾਲ ਕਿਸੇ ਨੂੰ ਕੋਈ ਤਕਲੀਫ ਕਿਵੇਂ ਹੋ ਸਕਦੀ? ਜੇ ਕੋਈ ਹੇਰਾਫੇਰੀ ਨਾ ਹੋਵੇ ਤਾਂ ਕਿਸੇ ਆੜ੍ਹਤੀ ਨੂੰ ਕੀ ਪ੍ਰੋਬਲਮ ਹੈ ਕਿ ਤੁਹਾਡਾ ਕਮਿਸ਼ਨ ਤੁਹਾਨੂੰ ਜਾਏਗਾ, ਉਹਦੀ ਉਹ ਓਨਰ ਹੈ, ਉਹ ਉਹਨਾਂ ਨੂੰ ਆਪਣੀ ਸਿੱਧੀ ਮਿਲ ਜਾਏਗੀ। ਇਹਦੇ ਵਿੱਚ ਕੋਈ ਆਬਜੈਕਸ਼ਨ ਕਿਉਂ ਕਰ ਰਿਹਾ? ਅਨਲੈਸ ਤੁਹਾਡਾ ਇਹਦੇ ਵਿੱਚ ਕੋਈ ਹੇਰਾਫੇਰੀ ਹੋਏ, ਕੋਈ ਟ੍ਰਾਂਸਪੇਰੈਂਸੀ ਨਾ ਹੋਏ। ਉਸ ਤੋਂ ਬਾਅਦ ਫਾਰਮਰਸ ਕਮਿਸ਼ਨ ਆਇਆ, ਉਹਨੇ ਵੀ ਫੀਲਡ ਸਟੱਡੀ ਕੀਤੀਆਂ। ਫੀਲਡ ਸਟੱਡੀ ਤੋਂ ਇਹੀ ਆਇਆ ਕਿ ਇਹ ਐਕਸਪਲੋਇਟਿਵ ਸਿਸਟਮ ਹੈ। ਉਸ ਤੋਂ ਬਾਅਦ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਡਾਇਰੈਕਟਲੀ ਕਮਿਸ਼ਨ ਏਜੰਟ ਸਿਸਟਮ ਤੇ ਸਟੱਡੀ ਕੀਤੀ, ਉਹਨਾਂ ਦਾ ਵੀ ਇਹੀ ਕਨਕਲੂਜਨ ਰਿਹਾ। ਔਰ ਵਨ ਆਫ ਦਾ ਮੈਥਡ ਇਹਨੂੰ ਤੋੜਨ ਲਈ ਉਹਨਾਂ ਨੇ ਕਿਹਾ ਕਿ ਚਾਹੇ ਜਿੰਨਾ ਮਰਜ਼ੀ ਪੁਰਾਣਾ ਸਿਸਟਮ ਹੋਏ, ਐਕਸਪਲੋਇਟਿਵ ਸਿਸਟਮ ਹਮੇਸ਼ਾ ਪੁਰਾਣੇ ਹੁੰਦੇ ਨੇ, ਇਸ ਲਈ ਉਹਨਾਂ ਨੂੰ ਤੋੜਨਾ ਮੁਸ਼ਕਿਲ ਹੋ ਜਾਂਦਾ। ਇਸ ਲਈ ਜਦੋਂ ਵੀ, ਔਰ ਉਹ ਹਮੇਸ਼ਾ ਹੀ ਜਿਹੜੀ ਐਸਟੈਬਲਿਸ਼ ਇੰਟਰਸਟ ਦੇ ਨਾਲ ਕੰਮ ਕਰਦੇ ਨੇ, ਇਸ ਕਰਕੇ ਇਹ ਚੀਜ਼ ਨੂੰ ਤੋੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇੰਨੀ ਕੋਸ਼ਿਸ਼ ਕਰਨ ਤੋਂ ਬਾਅਦ। ਮਗਰ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਐਕਸਪਲੋਇਟਿਵ ਸਿਸਟਮ ਹੈ। ਇਹ ਇੱਕ ਛੋਟੇ ਜਿਹੇ 20-40 ਹਜ਼ਾਰ ਐਲੀਟ ਕਹਿ ਲਓ, ਜਾਂ ਜਿਹੜੇ ਉਹਨਾਂ ਨੇ ਉਹ ਵਿਆਜ ਦੇ ਸਿਰ ਤੇ, ਕਿਉਂਕਿ ਜਿਹੜਾ ਵਿਆਜ ਲੈਣਾ ਔਰ ਜਿਹੜਾ ਕਮਿਸ਼ਨ ਏਜੰਟ, ਇਹ 'ਚ ਕੌਨਫਲਿਕਟ ਆਫ ਇੰਟਰਸਟ ਹੈ ਜੀ। ਤੁਸੀਂ ਆਪਣੀ ਸਰਵਿਸ ਕਰੋ, ਸਿਰਫ ਵੇਚੋ ਔਰ ਖਰੀਦੋ,
ਤੁਹਾਨੂੰ ਜਦੋਂ ਤੁਸੀਂ ਉਹਦੇ ਨਾਲ ਵਿਆਜ ਜੋੜ ਦਿੰਦੇ ਜਿਹਦਾ ਇੰਟਰਸਟ ਤੁਸੀਂ ਲੈਂਦੇ ਹੋ, ਇਸ ਲਈ ਤੁਸੀਂ ਇੰਨੇ ਕੰਸਰਨ ਹੋ ਕਿ ਕਿਸਾਨ ਦੀ ਪਹਿਲਾਂ ਪੇਮੈਂਟ ਸਾਡੇ ਕੋਲ ਆਏ, ਅਸੀਂ 2-4 ਮਹੀਨੇ 6 ਮਹੀਨੇ 8 ਮਹੀਨੇ ਰੱਖ ਕੇ ਉਸ ਤੇ ਵਿਆਜ ਲੈ ਕੇ ਉਹਨਾਂ ਨੂੰ ਹੌਲੀ ਹੌਲੀ ਦੇਵਾਂਗੇ ਤੇ ਉਹਨਾਂ ਨੂੰ ਉਸੇ ਦੁਕਾਨਾਂ ਤੋਂ ਖਰੀਦਣ ਦੇਵਾਂਗੇ ਜਿੱਥੇ ਅਸੀਂ ਵੇਚਣਾ। ਦੇਖੋ ਤੁਸੀਂ ਬੈਂਕ ਤੋਂ ਲੈਣੇ 4%, 6%, 8%, ਤੁਸੀਂ ਇਹਨਾਂ ਨੂੰ ਘੱਟੋ ਘੱਟ 24% ਤੋਂ ਸ਼ੁਰੂ ਹੁੰਦਾ ਇਹਨਾਂ ਦਾ ਇੰਟਰਸਟ। 2% ਤਾਂ ਇਹ ਕਹਾਵਤ ਹੀ ਹੈ ਕਿ 2% ਪਰ ਮਹੀਨਾ ਲੈਂਦੇ ਆ। ਕੋਈ ਇੰਡਸਟਰੀ ਵੀ 24% ਤੇ ਵੇਚ ਕੇ ਸਰਵਾਈਵ ਨਹੀਂ ਕਰ ਸਕਦੀ, ਕਿਸਾਨ ਕਿੱਦਾਂ ਸਰਵਾਈਵ ਕਰੇਗਾ? ਸੋ ਇਹ ਐਕਸਪਲੋਇਟੇਸ਼ਨ ਜਿਹੜੀ ਇੰਟਰਸਟ ਦੀ ਹੈ ਇਹ ਨਾਟ ਓਨਲੀ ਅਨਐਥੀਕਲ ਹੈ, ਇਹ ਤਾਂ ਡਾਊਨਰਾਈਟ ਇਲੀਗਲ ਵੀ ਹੈ। ਇੰਨਾ ਯੂਸੂਰੀਅਸ ਇੰਟਰਸਟ ਐਕਚੁਅਲੀ ਕਾਨੂੰਨ ਦੇ ਖਿਲਾਫ ਹੈ। ਇਸ ਲਈ ਇੱਥੇ ਕੋਈ ਡਾਕੂਮੈਂਟੇਸ਼ਨ ਤੋਂ ਡਰਦੇ ਆ, ਇਸ ਲਈ ਟਰਾਂਸਪੇਰੈਂਸੀ ਤੋਂ ਡਰਦੇ ਆ, ਇਸ ਲਈ ਕਾਨੂੰਨ ਨੂੰ ਐਂਟਰ ਕਰਨਾ ਵੀ ਨਹੀਂ ਚਾਹੁੰਦੇ ਜੀ। ਐਂਡ ਇਸ ਕਰਕੇ ਹੀ ਜ਼ਰੂਰੀ ਹੈ ਕਿ ਕਾਨੂੰਨ ਐਂਟਰ ਕਰਕੇ ਇਹਨੂੰ ਬਿਲਕੁਲ ਸਿਸਟਮ ਨੂੰ ਅਲੱਗ ਕਰੇ। ਜਿਹੜੀ ਮਨੀ ਲੈਂਡਿੰਗ ਸਿਸਟਮ ਸ਼ੁੱਡ ਬੀ ਸੈਪਰੇਟਡ ਫਰੋਮ ਦਾ ਕਮਿਸ਼ਨ ਏਜੰਟ, ਜਿਹੜੀ ਸਰਵਿਸਿਜ਼ ਕਰਦੇ ਹੋ ਅਲੱਗ ਉਹਦਾ 1.5% ਕਮਿਸ਼ਨ ਲਾਓ ਤੇ ਜਾਓ। ਇਹ ਇੱਕੋ ਹੀ ਜਗ੍ਹਾ ਹੈ ਜਿੱਥੇ ਬਾਇਰ ਐਂਡ ਸੈਲਰ ਆਪਸੀ ਟ੍ਰਾਂਜੈਕਸ਼ਨ, ਬਾਇਰ ਜਿਹੜਾ ਵੇਚ ਰਿਹਾ ਉਹ ਹੈਗਾ ਓਨਰ, ਉਹਨੂੰ ਪੈਸਾ ਸਿੱਧਾ ਨਹੀਂ ਮਿਲਦਾ। ਬਾਕੀ ਕਿਸੇ ਵੀ ਪ੍ਰਾਪਰਟੀ ਟ੍ਰਾਂਜੈਕਸ਼ਨ ਦੇਖ ਲਓ, ਕਿਤੇ ਬਾਇਰ ਨੂੰ ਸਿੱਧਾ ਮਿਲਦਾ, ਉਹ ਕਮਿਸ਼ਨ ਨੂੰ ਕਮਿਸ਼ਨ ਦਿੰਦਾ, ਕਮਿਸ਼ਨ। ਇੱਥੇ ਹੈਰਾਨੀ ਦੀ ਗੱਲ ਹੈ ਕਿ 1.5% ਜਾਂ 2% ਕਮਿਸ਼ਨ ਏਜੰਟ ਨੂੰ 98% ਵੀ ਮਿਲ ਜਾਂਦਾ ਹੈ, 2% ਕਮਿਸ਼ਨ ਵੀ ਮਿਲ ਜਾਂਦਾ, ਉਹ ਫਿਰ 98% ਵਾਲੇ ਓਨਰ ਨੂੰ ਆਪਣੀ ਮਰਜ਼ੀ ਦੇ ਮੁਤਾਬਿਕ ਪੇਮੈਂਟ ਕਰਦਾ ਜੀ। ਇਹ ਔਨ ਦਾ ਫੇਸ ਆਫ ਇਟ ਇੰਨਾ ਜ਼ਿਆਦਾ ਐਕਸਪਲੋਇਟਿਵ ਹੈ ਕਿ ਇਟ ਇਜ਼ ਸ਼ੌਕਿੰਗ ਕਿ ਕੋਈ ਆਰੂ ਕਰ ਸਕਦਾ ਹੈ ਕਿ ਬਹੁਤ ਚੰਗਾ ਸਿਸਟਮ ਹੈ, ਏਜ ਓਲਡ ਔਰ ਬਹੁਤ ਅੱਛਾ ਸਿਸਟਮ। ਚੀਮਾ ਜੀ, ਜਿਹੜੀ ਇਹ ਸਾਰੀ ਗੱਲ ਬੈਂਸ ਸਾਹਿਬ ਨੇ ਜਿਹੜੀ ਵਿਆਖਿਆ ਕੀਤੀ ਹੈ, ਜੇ ਇਹਦਾ ਨਿਚੋੜ ਕੱਢਣਾ ਹੋਵੇ, ਤੁਸੀਂ ਜਿੰਨੇ ਵਿਸ਼ੇਸ਼ਣ ਕਿਸਾਨ ਜਥੇਬੰਦੀਆਂ ਦੇ ਨਾਂ ਤੇ ਲਾਏ ਸੀਗੇ ਕਿ ਉਹ ਕ੍ਰਿਮੀਨਲ ਨੇ ਜਾਂ ਉਹ ਲੁੱਟ ਖਸੁੱਟ ਕਰਦੇ ਨੇ ਜਾਂ ਇੱਥੇ ਡਿਸਟਰੋਏ ਕਰਨਾ ਚਾਹੁੰਦੇ ਨੇ, ਉਹ ਸਾਰੇ ਤਾਂ ਤੁਹਾਡੇ ਬਾਰੇ ਵੀ ਲਾਏ ਜਾ ਸਕਦੇ ਨੇ। ਦੇਖੋ, ਲਾਏ ਜਾ ਨਹੀਂ ਸਕਦੇ, ਲਾਏ ਗਏ। ਜਿੰਨੀਆਂ ਸੁਰਖੀਆਂ ਨਹੀਂ, ਉਹਨਾਂ ਨੇ ਪੂਰੀ ਦਲੀਲ ਦਿੱਤੀ, ਜਿੰਨੀਆਂ ਆੜਤੀਆਂ ਦੇ ਖਿਲਾਫ ਮੀਡੀਆ ਦੇ ਵਿੱਚ ਪ੍ਰਚਾਰ ਕੀਤਾ ਗਿਆ ਪਿਛਲੇ 10-15 ਸਾਲਾਂ ਦੇ ਵਿੱਚ, ਆੜਤੀਏ ਨੂੰ ਇੱਕ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਪੁੱਛਣਾ ਚਾਹੁੰਦਾ ਕਿ ਅੱਜ 21ਵੀਂ ਸਦੀ ਹੈ ਜੀ, ਮੀਡੀਆ ਦਾ ਯੁੱਗ ਹੈ, ਅਖਬਾਰਾਂ ਸਾਰੇ ਪੜ੍ਹਦੇ, ਟੀਵੀ ਸਾਰੇ ਦੇਖਦੇ ਨੇ। ਜੇ ਇਹ ਅਸਲੀਅਤ ਹੁੰਦੀ ਤਾਂ ਕੋਈ 1% ਕਿਤੇ ਕੋਈ ਬਦਲਾਅ ਆਉਂਦਾ ਤਾਂ ਸਹੀ ਜੀ। ਕੋਈ ਕਿਸਾਨ ਉੱਠ ਕੇ ਆੜਤੀ ਦੀ ਦੁਕਾਨ ਤੋਂ ਸਿੱਧੀ ਅਦਾਇਗੀ ਲੈਣ ਦੀ ਗੱਲ ਕਰਦਾ ਤਾਂ ਸਹੀ। ਇਹ ਜਿਨ੍ਹਾਂ ਲੋਕਾਂ ਨੇ ਸਿੱਧੀ ਅਦਾਇਗੀ ਦਾ ਇਹ ਅਡੰਬਰ ਰਚਿਆ ਇੱਥੇ ਪੰਜਾਬ ਦੇ ਵਿੱਚ, ਉਹ ਇੱਕ ਮੁੱਠੀ ਭਰ ਚੰਡੀਗੜ੍ਹ 'ਚ ਜ਼ਮੀਨਾਂ ਠੇਕੇ ਤੇ ਦੇ ਕੇ ਪੜ੍ਹੇ ਲਿਖੇ ਇੱਕ ਜਿਹੜਾ ਉਹ ਫਾਰਮਰ ਦੇ ਨਾਂ ਦੇ ਉੱਤੇ ਇੱਕ ਜਥੇਬੰਦੀ ਬਣਾ ਕੇ ਉਹਨਾਂ ਨੇ ਇੱਥੇ ਰਿਟ ਪਾਈ। ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਨੂੰ ਪੜ੍ਹੇ ਲਿਖੇ ਹੋਣ ਦਾ ਹੱਕ ਨਹੀਂ? ਇਹਨਾਂ ਦੀਆਂ ਜਥੇਬੰਦੀਆਂ ਦੀਆਂ 6 ਆਰਗੂਮੈਂਟ ਹਾਈ ਕੋਰਟ ਦੇ ਵਿੱਚ ਸੁਣੀਆਂ। ਇਹਨਾਂ ਦੀ ਪਹਿਲੀ ਗੱਲ ਸੀ ਕਿ ਟਰਾਂਸਪੇਰੈਂਸੀ ਨਹੀਂ ਹੈ। ਕਿਸਾਨ ਨੂੰ ਜੀ ਇਹ ਨਗਦ ਪੈਸਾ ਦਿੰਦੇ ਨੇ, ਹਿਸਾਬ ਕੋਈ ਨਹੀਂ ਦਿੰਦੇ, ਇਹਨਾਂ ਨੂੰ ਚੈੱਕ ਦੇ ਦਿਓ। ਜਦੋਂ ਇਹ ਗੱਲ ਆਈ 2006 ਦੇ ਵਿੱਚ ਅਮੈਂਡਮੈਂਟ ਹੋਈ ਤਾਂ ਉਸ ਵੇਲੇ ਇਹ ਚੈੱਕ ਦੀ ਗੱਲ ਕਰਦੇ ਸੀਗੇ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਨਗਦ ਨਹੀਂ ਹੋਣਾ ਚਾਹੀਦਾ। ਬਾਦਲ ਸਾਹਿਬ ਆਏ, ਉਹਨਾਂ ਨੇ ਚੈੱਕ ਜਿਹੜਾ ਉਹ ਲਾਜ਼ਮੀ ਕਰਤਾ ਕਿ ਫਾਰਮਰ ਨੂੰ ਚੈੱਕ ਰਾਹੀਂ ਹੀ ਪੇਮੈਂਟ ਹੋਏਗੀ ਉਹਦੀ ਫਸਲ ਦੀ। ਇਹ ਫਿਰ ਉੱਥੇ ਫਿਰ ਇਹਨਾਂ ਦਾ ਮਤਲਬ ਤੁਸੀਂ ਆਪਣੀ ਦਲੀਲ ਨੂੰ ਜਰਾ ਸੰਖੇਪ ਦੇ ਵਿੱਚ ਲੈ ਆਓ। ਇੱਥੇ ਫਿਰ ਮਨ ਸ਼ਾਂਤ ਨਹੀਂ ਹੋਇਆ। ਫਿਰ ਇਹਨਾਂ ਨੇ ਅਗਲੀ ਮੰਗ ਕੀਤੀ ਕਿ ਨਹੀਂ ਜੀ, ਚੈੱਕ ਜਿਹੜਾ ਹੈ ਇਹ ਸਿੱਧਾ ਹੋਣਾ ਚਾਹੀਦਾ ਹੈ, ਕਿਸਾਨ ਨੂੰ ਸਿੱਧਾ ਮਿਲਣਾ ਚਾਹੀਦਾ ਏਜੰਸੀ ਤੋਂ। ਹੁਣ ਸਾਡੀ ਬਾਤ ਦੀ ਮੰਗ ਨਹੀਂ ਜੀ, ਪਹਿਲਾਂ ਦੀ ਮੰਗ ਸਿੱਧੀ ਹੋਣੀ ਚਾਹੀਦੀ ਹੈ। ਨੋ ਇਹ ਸਰਕਾਰ ਨੇ ਪਾਇਆ, ਮੀਡੀਆ ਕੱਢਿਆ। ਚੀਮਾ ਜੀ, ਤੁਸੀਂ ਆਪਣੀ ਜਿਹੜੀ ਦਲੀਲ ਨੂੰ ਜਲਦੀ ਸੰਖੇਪ ਚ ਖਤਮ ਕਰਿਓ, ਮੈਂ ਬ੍ਰੇਕ ਦੇ ਉੱਤੇ ਜਾਣਾ। ਦੇਖੋ, ਫਾਰਮਰ ਕਮਿਸ਼ਨ ਨੇ ਇਹੀ ਕਿਹਾ ਸੀ। ਹੁਣ ਅਸੀਂ ਆਪਸ਼ਨ ਤੇ ਆ ਗਏ ਵੀ ਕਿਸਾਨ ਦੀ ਖੁੱਲ੍ਹ ਹੈ ਜੀ, ਮਰਜ਼ੀ ਉਹਦੀ। ਉਹ ਆੜਤੀ ਤੋਂ ਲੈਣੀ ਚਾਹੁੰਦਾ ਦੇਗੀ, ਆੜਤੀ ਤੋਂ ਲੈ ਲਵੇ, ਸਿੱਧੀ ਲੈਣੀ ਚਾਹੁੰਦਾ। ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ। ਔਰ ਮੈਂ ਇਹ ਵੀ ਦੱਸਣੀ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਇਹ ਕਾਨੂੰਨ ਆਪਸ਼ਨ ਜਦੋਂ ਆ ਗਿਆ ਫਿਰ ਤਾਂ ਕੋਈ ਲੁਕ ਚੋਰੀ ਨਹੀਂ ਕਿਸੇ ਨੂੰ, ਕਿਸੇ ਮਤਲਬ ਇਹ ਤਾਂ ਨਹੀਂ ਹੈਗਾ ਵੀ ਕਿਸੇ ਨੂੰ ਆਪਾਂ ਫੋਰਸਲੀ। ਤੁਹਾਡੀ ਗੱਲ ਬਿਲਕੁਲ ਖਤਮ। ਕਿਸਾਨ ਇੱਕ 99% ਹਾਂਜੀ ਫਾਰਮਰ ਜਿਹੜੇ ਨੇ ਉਹ ਸਿੱਧੀ ਦੀ ਆਪਸ਼ਨ ਨਹੀਂ ਲੈਣਗੇ ਜੀ। ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ। ਜਗਮੋਹਨ ਜੀ, ਚੀਮਾ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜੇ ਇੱਕ ਕ੍ਰਿਮੀਨਲ ਅਪਰਾਧੀ ਜਿਹੜੇ ਮਾਨਸਿਕਤਾ ਦੀ ਨੁਮਾਇੰਦਗੀ ਕਰਦੇ ਹੋ, ਤੇ ਸਾਡੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਵੀ ਮੀਡੀਆ ਹਮੇਸ਼ਾ ਤੁਹਾਡੀ ਗੱਲ ਕਰਦਾ। ਹੁਣ ਤੁਸੀਂ ਦੋਨਾਂ ਵੱਲੋਂ ਹੀ ਜਵਾਬ ਦੇ ਦਿਓ। ਪਹਿਲੀ ਤਾਂ ਗੱਲ ਹੈ ਵੀ ਮੈਨੂੰ ਬਹੁਤ ਜ਼ਿਆਦਾ ਚੀਮਾ ਸਾਹਿਬ ਦੀ ਬੌਧਿਕਤਾ ਤੇ ਅਫਸੋਸ ਆ। ਦੂਜੀ ਗੱਲ ਹੈ ਵੀ ਜੇ ਇਸ ਕਿਸਮ ਦਾ ਪ੍ਰਜਾਤੰਤਰ ਮੂਵਮੈਂਟ ਨਾਲ ਸਾਡੀ ਇੱਕ ਕਿਸਾਨ ਜਥੇਬੰਦੀ ਆ, ਸੀਮਤ ਆ 10-12 ਜ਼ਿਲ੍ਹਿਆਂ 'ਚ ਕੰਮ ਆ, ਅਸੀਂ ਬਹੁਤ ਜ਼ਿਆਦਾ ਕੁਰਬਾਨੀ ਨਾਲ ਕੰਮ ਨਹੀਂ ਕਰਦੇ, ਪਰ ਕਰਦੇ ਹਾਂ ਤਨ ਮਨ ਧਨ ਨਾਲ। ਕਿਸਾਨਾਂ ਦੇ ਪਰੋਕਾਰ ਆ, ਕਿਸਾਨ ਆਪ ਖੁਦ ਕਿਸਾਨ ਆ, ਖੁਦ ਖੇਤੀ ਕਰਦੇ ਆ। ਇਹ ਕਹਿੰਦੇ ਠੇਕੇ ਜ਼ਮੀਨ ਦਿੰਦੇ ਨੇ, ਮੈਂ ਆਪ ਖੁਦ 6 ਨਹੀਂ, ਪਹਿਲਾਂ ਉਹਨਾਂ ਦੀ ਦਲੀਲ ਸੁਣ ਲਓ ਹੁਣ ਇੱਕ ਵਾਰ ਤੁਸੀਂ। ਉਹਦੇ ਤੇ ਮੈਂ ਗੱਲ ਖਾਸ ਤੌਰ ਤੇ ਚੀਮਾ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਜੇ ਪ੍ਰਜਾਤੰਤਰ ਮੂਵਮੈਂਟ ਵਗੈਰਾ ਨਾਲ ਸਾਡੀ ਵੀਕਯੂ ਟਿਕਾਉਂਦਾ ਨੂੰ ਜੋੜਦੇ ਨੇ ਤਾਂ ਸਾਨੂੰ ਇਸ ਗੱਲ ਤੇ ਮਾਣ ਹੈ ਜੀ। ਜੇ ਉਹਨਾਂ ਦਾ ਟਾਰਗੇਟ ਆੜਤੀਏ ਬਣੇ ਸਨ ਤਾਂ ਸਾਡਾ ਵੀ ਟਾਰਗੇਟ ਆੜਤੀਏ ਹੈਗੇ ਨੇ ਜੀ। ਔਰ ਆੜਤੀਏ ਬਹੁਤ ਵੱਡੀ ਲੁੱਟ ਕਰ ਰਹੇ ਨੇ, ਔਰ ਆੜਤੀਆਂ ਤੋਂ ਖੜਾ ਛਡਾਉਣਾ ਅਸੀਂ ਲਗਾਤਾਰ ਜਾਰੀ ਰੱਖਾਂਗੇ। ਇਹਦੇ ਲਈ
ਜਨਤਕ ਸੰਘਰਸ਼ ਵੀ ਤੇ ਹਰ ਤਰ੍ਹਾਂ ਦੀ ਲੀਗਲ ਲੜਾਈ ਵੀ। ਨੈਕਸਲਾਈਟ ਮੂਵਮੈਂਟ ਨਾਲ ਵੀ ਸਹਿਮਤ ਹੋ? ਨਕਸਲਾਈਟ ਚਲੋ ਨੈਕਸਲਾਈਟ ਮੂਵਮੈਂਟ ਬਾਰੇ ਤਾਂ ਆਪਾਂ ਬਹਿਸ ਨਹੀਂ ਕਰ ਰਹੇ ਇਸ ਗੱਲ ਦੇ ਉੱਤੇ, ਉਹ ਤਾਂ ਨਹੀਂ, ਬਹੁਤ ਹੀ ਵੱਡਾ ਗੱਲਾਂ ਕਹੀਆਂ। ਅੱਤਵਾਦ ਵੇਲੇ ਵੀ ਸਾਨੂੰ ਟਾਰਗੇਟ ਬਣਾਇਆ ਗਿਆ, ਨੈਕਸਲਾਈਟ ਮੂਵਮੈਂਟ 'ਚ ਵੀ ਸਾਨੂੰ ਟਾਰਗੇਟ ਬਣਾਇਆ ਗਿਆ। ਉਹ ਦੋਵੇਂ ਕਿਉਂ ਛੱਡੀਆਂ? ਇਹਨੂੰ ਚੀਜ਼ ਨੂੰ ਆਪਾਂ ਲੈਣੇ ਆ। ਨਹੀਂ, ਤੁਸੀਂ ਜਦੋਂ ਉਹਨਾਂ ਦਾ ਇੱਕੋ ਹੀ ਖਾਸਾ ਤਿੰਨਾਂ ਮੂਵਮੈਂਟਸ ਦਾ ਦੇਖਦੇ, ਤਿੰਨਾਂ ਦਾ ਇੱਕੋ ਹੀ ਖਾਸਾ ਦੇਖਦੇ ਹੋ। ਸਾਡੇ ਤਿੰਨੇ ਮੂਵਮੈਂਟਾਂ ਸਾਡੇ ਖਿਲਾਫ ਸੀਗੀਆਂ। ਤਿੰਨਾਂ ਮੂਵਮੈਂਟਾਂ ਦਾ ਜਦੋਂ ਤੁਸੀਂ ਇੱਕੋ ਖਾਸਾ ਦੇਖਦੇ ਹੋ, ਮੈਨੂੰ ਲੱਗਦਾ ਉਹਨਾਂ ਨੂੰ ਤੇ ਸਾਰਿਆਂ ਨੂੰ ਹੀ ਇਸ ਗੱਲ ਦੇ ਉੱਤੇ ਇਤਰਾਜ਼ ਹੋਏਗਾ। ਪਰ ਜਿਹੜੀ ਗੱਲ ਪਰਜਾ ਮੰਡਲ ਬਾਰੇ ਆ, ਉਹਦੇ ਬਾਰੇ ਤਾਂ ਦੂਜੀਆਂ ਮੂਵਮੈਂਟਸ ਬਾਰੇ ਬਹੁਤ ਸਾਰੇ ਸਵਾਲ ਹੋ ਸਕਦੇ ਨੇ ਕਿ ਕਾਨੂੰਨੀ ਹੈ, ਗੈਰ ਕਾਨੂੰਨੀ ਹੈ, ਸੰਵਿਧਾਨਕ ਹੈ, ਗੈਰ ਸੰਵਿਧਾਨਕ ਹੈ, ਪਰ ਪਰਜਾ ਮੰਡਲ ਬਾਰੇ ਤਾਂ ਇਸ ਕਿਸਮ ਦਾ ਸਵਾਲ ਨਹੀਂ ਹੋ ਸਕਦਾ। ਹੁਣ ਜਿਹੜੀ ਉਹਨਾਂ ਨੇ ਗੱਲ ਉਹ ਪਹਿਲਾਂ ਕਹਿ ਰਹੇ ਸੀ, ਇੱਕ ਤਾਂ ਹੋ ਗਈ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਤਿੰਨੇ ਲਹਿਰਾਂ ਦਾ ਇੱਕੋ ਹੀ ਖਾਸਾ ਹੈ, ਤੁਹਾਡੇ ਹੀ ਖਿਲਾਫ ਸਨ। ਅੰਗਰੇਜ਼ਾਂ ਤੋਂ ਪਹਿਲਾਂ ਵੀ ਜਦੋਂ 1920 ਦੇ ਦਹਾਕੇ ਦੇ ਵਿੱਚ ਐਮਲ ਡਾਰਲਿੰਗ ਨੇ ਰਿਪੋਰਟ ਕੱਢੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਪੰਜਾਬ ਦੇ ਵਿੱਚ ਕਿਸਾਨੀ ਕਿੰਨੇ ਕਰਜ਼ੇ ਦੇ ਤਹਿਤ ਹੈ, ਉਹਨਾਂ ਨੇ ਵੀ ਇਸ ਗੱਲ ਦੀ ਨਿਸ਼ਾਨਦੇਹੀ ਕੀਤੀ ਕਿ ਵੀ ਸ਼ਾਹੂਕਾਰਾ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਕਾਰਨ ਕਿਸਾਨਾਂ ਦੀ ਇਹ ਹਾਲਤ ਹੈ। ਉਹ ਤੋਂ ਬਾਅਦ ਇੱਕ ਨਾਵਲ ਹੈ ਸੋਹਣ ਸਿੰਘ ਸੀਤਲ ਹੋਣਾ ਦਾ ਤੂਤਾਂ ਵਾਲਾ ਖੂਹ, ਜਿਹੜਾ ਅਸੀਂ ਸਾਰਿਆਂ ਨੇ ਪੜ੍ਹਿਆ। ਤੁਸੀਂ ਕੀ ਕਹੋਗੇ ਇਸ ਸਾਰੇ ਬਾਰੇ? ਸਿਰਫ ਤੁਹਾਡੇ ਕੋਲ ਹੀ ਸੱਚ ਰਹਿ ਗਿਆ, ਬਾਕੀ ਸਾਰਿਆਂ ਕੋਲ ਝੂਠ ਰਹਿ ਗਿਆ? ਦੇਖੋ, ਇੱਕ ਗੱਲ ਮੈਂ ਕਹਿਣਾ ਜੀ, ਮੈਂ ਤਾਂ ਕਹਿਣਾ ਜਿਹੜਾ ਕੋਈ ਅਸਲੀਅਤ ਹੈ ਉਹਨੂੰ ਛੁਪਾਇਆ ਹੀ ਨਹੀਂ ਜਾ ਸਕਦਾ ਜੀ। ਮੈਂ ਕਹਿਣਾ ਇਹ ਸਾਰਾ ਜਿੰਨਾ 10 ਸਾਲ ਆੜ੍ਹਤੀਆਂ ਦੇ ਖਿਲਾਫ ਪ੍ਰਚਾਰ ਹੋਇਆ ਜੀ, ਜਿੰਨੀਆਂ ਮਤਲਬ ਆੜ੍ਹਤੀਆਂ ਦੇ ਖਿਲਾਫ ਨਹੀਂ, ਤੁਸੀਂ ਇਹ ਤੱਥ ਦੱਸੋ ਨਾ ਕਿ ਵੀ ਅਸੀਂ ਇਹ ਗੱਲ ਕਹਿੰਦੇ ਆ, ਤੁਸੀਂ ਇਸ ਗੱਲ ਦਾ ਐਫੀਡੈਵਿਟ, ਇਸ ਗੱਲ ਦਾ ਹਲਫਨਾਮਾ ਤੁਸੀਂ ਅਦਾਲਤ ਦੇ ਵਿੱਚ ਪੇਸ਼ ਕਰਦੇ ਹੋ ਕਿ ਅਸੀਂ ਕਿੰਨੇ ਫੀਸਦੀ ਤੋਂ ਕਿੰਨੇ ਫੀਸਦੀ ਤੱਕ ਵਿਆਜ ਲੈਂਦੇ ਆ? ਅਸੀਂ, ਹਾਂਜੀ, ਸਾਨੂੰ ਅਗਰ ਅਦਾਲਤ ਪੁੱਛੇ ਜੀ ਤਾਂ ਅਸੀਂ ਅਦਾਲਤ ਨੂੰ ਇਹ ਹਲਫਨਾਮਾ ਦੇਣ ਨੂੰ ਤਿਆਰ ਆ ਕਿ ਅਸੀਂ 12% ਤੋਂ ਲੈ ਕੇ 18% ਤੋਂ ਵਿਆਜ ਲੈਂਦੇ ਆ ਜੀ। ਔਰ ਇਹ ਹਲਫਨਾਮਾ ਦੇ ਦੇ ਕਿਤੇ, ਇਹ ਕਹਿੰਦੇ ਨੇ 36%, ਕਿਤੇ ਦਾ ਹਲਫਨਾਮਾ ਦੇ ਦੇ ਕੋਈ 36%, ਕੋਈ 30%। ਚੀਮਾ ਜੀ, ਤੁਹਾਡੀ ਪੂਰੇ ਪੰਜਾਬ ਦੇ ਵਿੱਚ ਕੋਈ ਪੰਜਾਬ ਦੇ ਵਿੱਚ ਕੋਈ ਵੀ ਆੜਤੀ ਆ ਹਲਫਨਾਮਾ ਦੇਣ ਨੂੰ ਤਿਆਰ ਹੀ ਨਹੀਂ ਵੀ ਅਸੀਂ ਕਰਜ਼ਾ ਦਿੰਦੇ ਆ। ਦੇਖੋ, ਇਹਨਾਂ ਨੇ ਪਿਛਲੀ ਇਸੇ ਟੇਬਲ ਦੇ ਉੱਤੇ ਗੱਲ ਕਰਦੇ ਆ ਕਿਹਾ ਵੀ ਅਸੀਂ ਕੋਈ ਕਰਜ਼ਾ ਨਹੀਂ ਦਿੰਦੇ। ਜਿਵੇਂ ਮੁਲਾਜ਼ਮ ਨੂੰ ਸਰਕਾਰ ਰਿਲੀਫ ਦਿੰਦੀ ਆ, ਉਹ ਟਰਮ ਪੀਰੀਅਡ ਦੇ ਦੌਰਾਨ ਇੱਕ ਤਨਖਾਹ ਤੋਂ ਦੂਜੀ ਤਨਖਾਹ, ਇੱਕ ਫਸਲ ਤੋਂ ਦੂਜੀ ਫਸਲ ਦੇ ਦੌਰਾਨ ਅਸੀਂ ਉਹਨੂੰ ਉਹ ਦਿੰਦੇ ਆ। ਅੱਛਾ, ਇਹਦਾ ਮਤਲਬ ਜਿਸ ਤਰ੍ਹਾਂ ਮਤਲਬ ਕਿਸੇ ਇੱਕ ਭੱਠੇ ਦੇ ਮਜ਼ਦੂਰਾਂ ਤੇ ਬਾਉਂਡਡ ਲੇਬਰ ਹੁੰਦੀ ਆ, ਆੜਤੀਆਂ ਦੀ ਅੱਜ ਪ੍ਰੈਕਟੀਕਲੀ ਇਹ ਗੱਲ ਆ, ਦਰਮਿਆਨਾ ਕਿਸਾਨ, ਛੋਟਾ ਕਿਸਾਨ ਤੇ ਗਰੀਬ ਕਿਸਾਨ, ਇਹ ਇਸ ਵੇਲੇ ਬਾਉਂਡਡ ਹੈ ਆੜਤੀਆਂ ਦਾ। ਪੰਜਾਬ ਦੇ ਬਾਉਂਡਡ ਆ ਕਿਉਂਕਿ ਉਹ ਵੀ ਜਿਹੜਾ ਥੋੜਾ ਪਤਾ ਉਹਨੂੰ ਕੁਝ ਬਚਦਾ ਬਚਾਉਂਦਾ, ਉਹਦੇ ਵਿਆਜ ਦੇ ਵਿੱਚ ਸਾਰਾ ਆੜਤੀ ਉਹਨੂੰ ਨਹੀਂ, ਜਦੋਂ ਬੈਂਕ ਬਰਾਬਰ ਪੈਸਾ ਦਿੰਦਾ ਹੈ, ਕੋਆਪਰੇਟ ਸੁਸਾਇਟੀਆਂ ਪੈਸਾ ਦਿੰਦੀਆਂ, ਉਹ ਆੜਤੀ ਕੋਲ ਹੀ ਕਿਉਂ ਬਾਉਂਡ ਹੈ? ਮੇਰੀ ਗੱਲ, ਮੇਰਾ ਇੱਕ ਸਵਾਲ ਹੈ, ਤੁਸੀਂ ਇਹਦਾ ਹਾਂ ਜਾਂ ਨਾ ਚ ਜਵਾਬ ਦਿਓ। ਜਿਹੜਾ ਆੜਤੀ ਤਬਕਾ ਹੈ ਉਹ ਸਰਦਾ ਪੁੱਜਦਾ ਤਬਕਾ ਹੈਗਾ ਪੰਜਾਬ ਦਾ? ਭੁੱਖਾ ਤਾਂ ਨਹੀਂ ਮਰਦਾ? ਹਾਂਜੀ, ਨਹੀਂ ਮਰਦਾ। ਭੁੱਖਾ ਤਾਂ ਨਹੀਂ ਮਰਦਾ? ਨਹੀਂ ਮਰਦਾ। ਉਹ ਇੱਜ਼ਤਦਾਰ ਤਬਕਾ, ਉਹਦੀ ਪਹੁੰਚ ਹੈਗੀ ਆ ਸਰਕਾਰ ਦਰਬਾਰ ਤੱਕ? ਸਰਕਾਰ ਦਰਬਾਰ 'ਚ ਕਿਸੇ ਦੀ ਪਹੁੰਚ, ਭੁੱਖਿਆਂ ਦੀ ਵੀ ਪਹੁੰਚ ਹੋਣੀ ਹੋਈ ਹੈ, ਰੱਜਿਆਂ ਦੀ ਵੀ ਹੋਣੀ ਹੈ, ਜਿਹਦਾ ਵੋਟਾਂ ਦਾ ਰਾਜ ਹੈ। ਮੇਰਾ ਸਵਾਲ ਇਹ ਹੈ ਕਿ ਵੀ ਜੇ ਸਰਕਾਰ ਦਰਬਾਰ 'ਚ ਤਾਂ ਹਰ ਬੰਦੇ ਦੀ ਅਪਰੋਚ ਹੈ। ਜੇ ਮੀਡੀਆ ਤੋਂ ਲੈ ਕੇ, ਯੂਨੀਵਰਸਿਟੀਆਂ ਤੋਂ ਲੈ ਕੇ, ਕਿਸਾਨ ਯੂਨੀਅਨਾਂ ਤੋਂ ਲੈ ਕੇ ਤਮਾਮ ਲੋਕ ਸਿਰਫ ਝੂਠ ਬੋਲ ਰਹੇ ਨੇ ਆੜਤੀਆਂ ਦੇ ਖਿਲਾਫ, ਤੇ ਤੁਸੀਂ ਡੈਫੇਮੇਸ਼ਨ ਕਿਉਂ ਨਹੀਂ ਫਾਈਲ ਕਰਦੇ? ਸਾਨੂੰ ਲੋੜ ਨਹੀਂ ਜੀ। ਮੈਂ ਕਹਿੰਦਾ ਅਸੀਂ ਡੈਫੇਮੇਸ਼ਨਾਂ ਦੇਖੀਆਂ ਕਰ ਕਰਕੇ, ਦੇਖੋ ਜੀ, ਉਸ ਆਦਮੀ ਨੇ ਡੈਫੇਮੇਸ਼ਨ ਕੀ, ਅਸੀਂ ਤਾਂ ਇੱਕੋ ਗੱਲ ਜਿਹੜਾ ਇੱਕ ਮਤਲਬ ਬੁੱਧੀਜੀਵੀਆਂ ਦੇ ਰਿਸਰਚ ਨੂੰ ਤੇ ਜਿਹੜਾ ਖੇਤੀ ਕਮਿਸ਼ਨ ਹੈ ਉਹਦੀ ਰਿਪੋਰਟ ਨੂੰ, ਐਗਰੀਕਲਚਰ ਯੂਨੀਵਰਸਿਟੀ ਦੇ ਮਤਲਬ ਇੰਨੀ ਵੱਡੀਆਂ ਰਿਪੋਰਟਾਂ ਨੂੰ, ਉਹਨਾਂ ਨੂੰ ਰਾਤ ਕਹਿੰਦਾ ਦਿਨ ਨੂੰ। ਹਾਂ, ਜਿਹੜਾ ਬੰਦਾ ਜਿਹੜਾ ਮੰਤਰਾ ਦੇਸ਼ ਭਗਤ ਮੂਵਮੈਂਟਾਂ ਨੂੰ ਇੱਕ ਗੱਲ ਦਾ ਹਾਂ ਜਾਂ ਨਾ ਜਵਾਬ ਦੇ ਦੇਣ ਜੀ। 60% ਵਿਆਜ ਲਿਖਿਆ ਇਹਨਾਂ ਦੀ ਸਟੱਡੀ 'ਚ ਜੀ, 60% ਵਿਆਜ ਕਿਸੇ ਸਟੱਡੀ 60% ਵਿਆਜ। ਅਸੀਂ ਕੋਈ ਸਟੱਡੀ ਨਹੀਂ ਕੀਤੀ। ਫਾਰਮਰ ਕਮਿਸ਼ਨ ਦੀ ਸਟੱਡੀ 'ਚ 60% ਜ਼ਿਕਰ ਹੈ। ਫਾਰਮਰ ਕਮਿਸ਼ਨ ਦੀ ਸਟੱਡੀ ਹੈ, ਉਹ ਕਿਸਾਨ ਜਥੇਬੰਦੀਆਂ ਦੀ ਸਟੱਡੀ ਨਹੀਂ ਹੈ। ਉਹ ਕਿਸਾਨ ਜਥੇਬੰਦੀਆਂ ਦੀ ਜ਼ਿਆਦਾ ਵਾਇਬਲ ਹੈ ਕਿ ਕਿਸਾਨ ਕਮਿਸ਼ਨ ਜਿਹੜਾ ਗਵਰਨਮੈਂਟ ਨੇ ਅਪਾਇੰਟ ਕੀਤਾ, ਜਿਹੜਾ ਕੋਰਟ ਨੇ ਅਪਾਇੰਟ ਕੀਤਾ, ਉਹਦੀ ਸਟੱਡੀ ਨੂੰ ਆਪਾਂ ਜ਼ਿਆਦਾ ਮੰਨਾਂਗੇ। ਤੁਸੀਂ ਕਿਸਾਨ, ਕਿਉਂਕਿ ਕਿਸਾਨ ਕਮਿਸ਼ਨ ਦੀ ਇੱਕ ਸਿਫਾਰਿਸ਼ ਕਮਿਸ਼ਨ ਕੋਰਟ ਨੇ ਕੀਤਾ, ਕਿਸਾਨ ਕਮਿਸ਼ਨ ਦੀ ਇੱਕ ਜਿਹੜੀ ਸਿਫਾਰਿਸ਼ ਹੈ ਉਹ ਇਹ ਹੈ ਕਿ ਵੀ ਸਿੱਧੀ ਅਦਾਇਗੀ ਕੀਤੀ ਜਾਵੇ। ਮੈਂ ਸਟੱਡੀ ਦੀ ਗੱਲ ਕਰ ਰਿਹਾ, ਉਹਨਾਂ ਦੀ ਸਟੱਡੀ 'ਚ 60% ਵਿਆਜ ਉਸੇ ਸਟੱਡੀ ਦੇ ਆਧਾਰ ਦੇ ਉੱਤੇ। ਮੈਂ ਕਹਿੰਦਾ ਤੁਸੀਂ ਉਸ ਸਟੱਡੀ ਦੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬਹੁਤ ਵਧੀਆ ਸਟੱਡੀ, ਜੇ ਉਹ 60% ਅੱਜ ਦੇ ਯੁੱਗ 'ਚ ਗੱਲ ਕਹਿੰਦੀ ਹੈ ਤਾਂ ਉਹ ਦਿਨ ਨੂੰ ਰਾਤ ਨਹੀਂ ਕਹਿ ਰਹੇ ਜੀ। 60% ਲੈਂਦਾ ਕੋਈ ਦਿੰਦਾ ਕੋਈ। ਤੁਸੀਂ ਬੁੱਕ ਲੈ ਆਓ, ਮੈਂ ਤੁਹਾਨੂੰ ਉਹ ਦਿਖਾ ਦਿੰਦਾ। ਬੈਂਸ ਸਾਹਿਬ, ਦੇਖੋ, ਇਹ ਬਾਉਂਡਡ ਲੇਬਰ ਇਹਨਾਂ ਨੇ ਕਿਵੇਂ ਬਣਾਇਆ? ਇਹ ਇਹਨਾਂ ਕੋਲ ਪੈਸਾ ਹੈ, ਪੋਲੀਟੀਕਲ ਕਲਾਸ ਨੂੰ ਪੈਸਾ ਚਾਹੀਦਾ ਹੈ, ਉਹ ਚੋਰੀ ਕੁਛ ਨਾ, ਇਹਨਾਂ ਨੇ ਹਰ ਕਾਨੂੰਨ ਆੜਤੀਆਂ ਦੇ ਹੱਕ ਵਿੱਚ ਕਰਤਾ।
ਸਰਪ੍ਰਾਈਜ਼ਿੰਗਲੀ ਜਿਹੜਾ ਮੰਡੀ ਬੋਰਡ ਐਕਟ ਜਿਹੜਾ 661 ਉਹਦੇ ਚ ਪੂਰੀ ਆਜ਼ਾਦੀ ਸੀ ਕਿਸਾਨ ਨੂੰ। ਇਹਨਾਂ ਨੇ ਰੂਲਸ ਦੇ ਵਿੱਚ ਆੜਤੀਆਂ ਦੀ ਪੇਮੈਂਟ ਬਾਈਂਡਿੰਗ ਕਰਤੀ ਕਿ ਜਿਹੜਾ ਪਰਚੇਜ਼ਰ ਹੈ ਉਹ ਥਰੂ ਆੜਤੀਆ ਲਏਗਾ। ਹਾਲਾਂਕਿ ਐਕਟ ਕਹਿੰਦਾ ਸੀ ਕਿ ਪ੍ਰੋਡਿਊਸਰ ਜਦੋਂ ਮਰਜ਼ੀ ਇਹਨੂੰ ਵੇਚ ਦੇ, ਮਗਰ ਰੂਲਸ ਦੇ ਵਿੱਚ ਇਹਨਾਂ ਨੇ ਹੇਰਾਫੇਰੀ ਕੀਤੀ। ਇਸੇ ਤਰ੍ਹਾਂ ਇਹਨਾਂ ਨੇ ਨੈਗੋਸੀਏਸ਼ਨ ਇੰਸਟਰੂਮੈਂਟ ਇੱਕ ਛੋਟਾ ਜਿਹਾ ਅਮੈਂਡਮੈਂਟ ਕਰਾਤਾ ਕਿ ਚਾਹੇ ਪਰ ਨੋਟ ਕਿਸੇ ਕਾਗਜ਼ ਤੇ ਕੋਈ ਖਾਲੀ ਵੀ ਲਿਖ ਦੇ, ਲਿਖਾ ਲੈ, ਸਾਈਨ ਕਰਾ ਲੈ, ਉਹਨੂੰ ਵੈਲਿਡ ਮੰਨਿਆ ਜਾਏਗਾ। ਕੋਰਟਾਂ ਨੇ ਉਸ ਹਿਸਾਬ ਨਾਲ ਫੈਸਲੇ ਕਰਨੇ ਸ਼ੁਰੂ ਹੋ ਗਏ। ਇਸ ਕਰਕੇ ਹਮੇਸ਼ਾ ਹੀ ਜਿਹੜਾ ਅਨਪੜ੍ਹ ਕਿਸਾਨ ਹੈ, ਕੋਈ ਛੋਟ ਪੜ੍ਹਿਆ ਲਿਖਿਆ ਕਿਸਾਨ ਵੀ ਜਿਸ ਤੇ ਇਹਨਾਂ ਦੇ ਬਹੀ ਖਾਤੇ ਐਡਮਿਸਿਬਲ ਕਰਾ ਲਏ ਇਹਨਾਂ ਨੇ। ਦੇਖੋ ਕਿੰਨੀ ਚਲਾਕੀਆਂ ਕੀਤੀਆਂ। ਫਿਰ ਸਾਰੀ ਜਗ੍ਹਾ ਤੇ ਇੱਕ ਇਹਨਾਂ ਨੇ ਐਵੀਡੈਂਸ ਐਕਟ ਵਿੱਚ ਬਹੀ ਖਾਤੇ ਆਪਣੇ ਐਡਮਿਸਿਬਲ ਕਰਾ ਲਏ। ਆਪਣੇ ਤੁਸੀਂ ਆਪਣਾ ਅਕਾਊਂਟ ਜੋ ਮਰਜ਼ੀ ਲਿਖ ਦਿਓ, ਉਹ ਐਡਮਿਸਿਬਲ ਹੋ ਗਿਆ। ਬਹੀ ਖਾਤੇ ਨੇ ਦੁਨੀਆ ਦੇ ਵਿੱਚ ਘਰੇਲੂ ਲੈਣ ਦੇਣ ਸਾਰੇ ਕਰਦੇ ਨੇ, ਪਰ ਨੋਟ ਦੇ ਪੈਸੇ ਵਕੀਲ ਵੀ ਦਿੰਦੇ ਨੇ। ਇਹਨਾਂ ਨੇ ਵੀ ਪੈਸੇ ਮੰਨੇ ਜਾਂਦੇ, ਮਗਰ ਉਹਦੇ ਬੈਨੀਫਿਸ਼ਰੀ ਸਾਰੇ ਲਾਜ਼ ਦੇ ਬੈਨੀਫਿਸ਼ਰੀ ਵਕੀਲ ਵੀ ਦਿੰਦੇ ਨੇ, ਹੋਰ ਲੋਕ ਵੀ ਦਿੰਦੇ ਨੇ। ਸਹਿਮਤੀ ਕਰ ਲੈਂਦੇ ਕੋਈ ਵੀ ਦਿੰਦਾ ਹੈ, ਉਹਨੂੰ ਮਤਲਬ ਗੈਰ ਕਾਨੂੰਨੀ ਕਰਾਰ ਦਿੱਤਾ ਜਾਂਦਾ। ਉਹ ਗੈਰ ਕਾਨੂੰਨੀ ਇਹ ਪੈਸਾ ਪਰ ਨੋਟ ਅੱਜ ਬੈਂਕ ਵੀ ਪਰ ਨੋਟ ਦੇ ਪੈਸੇ ਅਸੀਂ ਕਿਉਂ ਵੇਖੋ ਜੀ, ਅਸੀਂ ਕਿਉਂ ਕਹਿੰਦੇ ਨਹੀਂ ਅਸੀਂ ਕਿਉਂ ਕਹਿੰਦੇ ਗੈਰ ਕਾਨੂੰਨੀ ਕਰਾਰ ਬੈਂਕ ਦੇ ਪੈਸੇ ਨੂੰ ਵੀ ਪਰ ਨਹੀਂ, ਅਸੀਂ ਇਸ ਲਈ ਕਹਿੰਦੇ ਗੈਰ ਕਾਨੂੰਨੀ ਕਰਾਰ ਦਿੱਤਾ ਜਾਵੇ। ਦੂਸਰੀ ਗੱਲ ਸੈਂਟਰ ਰਿਪੋਰਟ ਆਈ ਆ, ਤੁਸੀਂ ਬੈਂਕ ਦੇ ਪਰ ਨੋਟ ਨੂੰ ਵੀ ਗੈਰ ਕਾਨੂੰਨੀ ਮੰਨੋਗੇ, ਪਰ ਨੋਟ ਤਾਂ ਉਹ ਵੀ ਹੈ। ਦੇਖੋ ਇੱਕ ਜਗਮੋਹਨ ਜੀ, ਇਹ ਜਿਹੜੇ ਪ੍ਰਾਈਵੇਟ ਬੈਂਕ ਨੇ, ਹੁਣੇ 10 ਦਿਨ 15 ਦਿਨ ਪਹਿਲਾਂ ਇੰਨੀ ਵੱਡੀ ਰਿਜ਼ਰਵ ਬੈਂਕ ਨੇ ਇਨਸਪੈਕਸ਼ਨ ਰਿਪੋਰਟ ਦੇ ਵਿੱਚ ਕੱਢਿਆ ਵੀ ਪ੍ਰਾਈਵੇਟ ਬੈਂਕਾਂ ਨੇ ਮਤਲਬ ਬਲੈਕ ਮਨੀ ਨੂੰ ਵਾਈਟ ਮਨੀ ਕਰ ਲਈ। ਉਹਦੇ ਵਿੱਚ ਹਾਈਲੀ ਅਫੀਸ਼ੀਅਲਸ ਜਿਨ੍ਹਾਂ ਨੂੰ ਮਤਲਬ ਉਹਨਾਂ ਨੇ ਡਿਸਮਿਸ ਕਰਨ ਦੇ ਰਿਕਮੈਂਡੇਸ਼ਨ ਕੀਤੀ ਆ। ਅਸੀਂ ਉਸ ਪ੍ਰਾਈਵੇਟ ਬੈਂਕਾਂ ਦੇ ਖਿਲਾਫ ਵੀ ਆ, ਸਿਰਫ ਆੜਤੀਆਂ ਦੇ ਖਿਲਾਫ ਨਹੀਂ ਗਏ। ਤੇ ਜਿਹੜੇ ਇੱਕ ਮਨੀ ਲੈਂਡਰ ਨੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ, ਔਰ ਜਿਹੜੇ ਮਤਲਬ ਮਨੀ ਲੈਂਡਰ ਦਾ ਕੰਮ ਕਰਦੇ ਨੇ ਆੜਤੀ ਦਾ ਲਾਇਸੈਂਸ ਲੈ ਕੇ, ਮੰਡੀਕਰਨ ਉਹਨਾਂ ਨੂੰ ਆੜਤੀ ਦਾ ਲਾਇਸੈਂਸ ਤੇ ਮੋਹਰ ਲਾ ਕੇ ਦਿੰਦਾ ਵੀ ਚਲੋ ਤੁਸੀਂ ਜਿੰਨਾ ਮਰਜ਼ੀ ਵਿਆਜ ਤੇ ਜਿੰਨਾ ਮਰਜ਼ੀ ਲੁੱਟ ਕਰੋ ਕਿਸਾਨਾਂ ਦੀ। ਉਹ ਕੀ ਕਰਦੇ ਹੋਣਗੇ ਆਮ ਗਰੀਬ ਅਨਪੜ੍ਹ ਕਿਸਾਨਾਂ ਨਾਲ, ਜਦੋਂ ਕਿ ਪ੍ਰਾਈਵੇਟ ਬੈਂਕ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਨੇ ਉਹਨਾਂ ਨੇ ਇੰਨੇ ਵੱਡੇ ਫਰਾਡ ਕੀਤੇ ਨੇ ਔਰ ਉਹਨਾਂ ਦੀ ਡਿਸਮਿਸ। ਜੀ ਤੁਹਾਡੀ ਗੱਲ ਸਪਸ਼ਟ ਹੋ ਗਈ। ਚੀਮਾ ਜੀ 1 ਮਿੰਟ, ਸਿਰਫ 2 ਫਿਕਰਿਆਂ ਦੇ ਵਿੱਚ, ਕਿਉਂਕਿ ਆਪਾਂ ਪ੍ਰੋਗਰਾਮ ਖਤਮ ਕਰਨਾ ਹੈ। ਜੀ ਬੋਲੋ। ਦੇਖੋ ਮੈਂ ਇੱਕ ਗੱਲ ਕਹਿਣਾ ਕਿ ਜਿਹੜਾ ਇਹ ਪ੍ਰਚਾਰ ਹੈ, ਅਸੀਂ ਤਾਂ ਹੁਣ ਇਹਦੇ ਉੱਤੇ 2 ਲਫ਼ਜ਼ ਕਹਿਣ ਨੂੰ ਵੀ ਗੁਰੇਜ਼ ਕਰਦੇ ਹਾਂ, ਕਿਉਂਕਿ ਥੱਕ ਗਏ ਸੀ ਇਹਨਾਂ ਦੇ ਜਵਾਬ ਦਿੰਦੇ। ਮੈਨੂੰ ਲੱਗਦਾ ਕਿ ਵੀ ਤੁਸੀਂ ਜੇ 2 ਲਫ਼ਜ਼ ਨਹੀਂ ਕਹਿਣਾ ਚਾਹੁੰਦੇ ਤਾਂ ਆਪਾਂ ਦਰਸ਼ਕਾਂ ਤੇ ਛੱਡ ਦਿੰਦੇ ਹਾਂ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਆੜਤੀ ਕਿਸਾਨ ਲਿੰਕ ਹੈ, ਇਹਨਾਂ ਦਾ ਨਾ ਪ੍ਰਚਾਰ ਤੋੜ ਸਕਦਾ ਹੈ, ਨਾ ਇਹਨਾਂ ਦੀਆਂ ਸਟੱਡੀਆਂ ਤੋੜ ਸਕਦੀਆਂ। ਇਹ ਜਿਹੜਾ ਆੜਤੀ ਔਰ ਕਿਸਾਨ ਦਾ ਰਿਸ਼ਤਾ ਹੈ, ਇਹ ਇੱਕ ਸਮਾਜਿਕ ਰਿਸ਼ਤਾ ਬਣ ਚੁੱਕਿਆ। ਜੇ ਅੱਜ ਇੱਕ ਕਿਸਾਨ ਦਾ ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ। ਆਪਣੇ ਕੋਲ ਚੀਮਾ ਜੀ ਆਪਣੇ ਕੋਲ ਬਿਲਕੁਲ ਆਪਣੇ ਕੋਲ ਟਾਈਮ ਬਿਲਕੁਲ ਖਤਮ। ਇਹਨਾਂ ਤੋਂ ਦੁਖੀ ਕਿਸਾਨ ਤੋੜੇ। ਜਗਮੋਹਨ ਜੀ, ਚੀਮਾ ਜੀ ਆਪਣੇ ਕੋਲ ਟਾਈਮ ਬਿਲਕੁਲ ਖਤਮ ਹੋ ਚੁੱਕਿਆ। ਤੁਸੀਂ ਸਾਰਿਆਂ ਨੇ ਆਪਣੀ ਆਪਣੀ ਦਲੀਲ ਪੇਸ਼ ਕਰ ਦਿੱਤੀ ਹੈ, ਦਰਸ਼ਕ ਸੁਣ ਲੈਣਗੇ ਤੇ ਕਾਫੀ ਸਾਰੀ ਸਾਨੂੰ ਇਤਿਹਾਸ ਦੀ ਇੱਕ ਨਵੀਂ ਧਾਰਨਾ ਬਾਰੇ ਵੀ ਪਤਾ ਲੱਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਵਾਂ ਧਿਰਾਂ ਦੀਆਂ ਦਲੀਲਾਂ ਤੁਸੀਂ ਸੁਣ ਲਈਆਂ ਨੇ। ਸ਼ਾਇਦ ਪੰਜਾਬ ਵਿੱਚ ਸ਼ਾਹੂਕਾਰਾ ਤੇ ਆੜਤ ਕਰਨ ਵਾਲੀ ਇੱਕੋ ਇੱਕ ਧਿਰ ਹੈ ਜੋ ਕਿਸੇ ਦੂਜੇ ਦੀ ਕਮਾਈ ਉੱਤੇ ਇਸ ਰੂਪ ਵਿੱਚ ਕਾਬਜ਼ ਹੈ। ਕਿਸਾਨ ਕਮਿਸ਼ਨ ਦੀ ਸਿਫਾਰਿਸ਼, ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਪਹੁੰਚ ਅਤੇ ਮੰਡੀਕਰਨ ਬੋਰਡ ਦਾ ਮਤਾ ਇਸ ਮਾਮਲੇ ਵਿੱਚ ਫੈਸਲਾਕੁਨ ਸਾਬਤ ਨਹੀਂ ਹੋਏ। ਯੂਨੀਵਰਸਿਟੀਆਂ ਤੋਂ ਲੈ ਕੇ ਵੱਖ-ਵੱਖ ਅਦਾਰਿਆਂ ਦੇ ਅਧਿਐਨ ਵੀ ਸਰਕਾਰ ਨੂੰ ਸਿੱਧੀ ਅਦਾਇਗੀ ਕਰਨ ਦੀ ਦਲੀਲ ਨਹੀਂ ਮਨਾ ਸਕੇ। ਕਾਰਨ ਇੱਕੋ ਸੀ ਕਿ ਆੜਤੀਏ ਲਾਮਬੰਦ ਨੇ ਜੋ ਸਰਕਾਰੀ ਫੈਸਲਿਆਂ ਉੱਤੇ ਅਸਰਅੰਦਾਜ਼ ਹੁੰਦੇ ਰਹੇ ਨੇ। ਇਸ ਤੋਂ ਬਾਅਦ ਇਸ ਹਲਫਨਾਮੇ ਦੇ ਕੀ ਮਾਇਨੇ ਬਣਦੇ ਨੇ, ਇਹ ਵੇਖਣ ਸਮਝਣ ਲਈ ਸਾਨੂੰ ਉਡੀਕ ਕਰਨੀ ਪਏਗੀ। ਨਮਸਕਾਰ, ਸਤਿ ਸ੍ਰੀ ਅਕਾਲ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।